ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਮ ਸਰ ਦੀਨ ਦਇਆਲ ਨ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਣੇ। ਕਾਰਨ ਕਵਨ ਅਬੋਲ। ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਛੁਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਦੀਨ ਦੁਨੀਆ ਦੇ ਮਾਲਕ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਤਿਨਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠਣ ਦਾ ਔਰ ਹਾਜ਼ਰ ਨਾਜ਼ਰ ਗੁਰਦੇਵ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਆਪ ਗੁਰ ਸੰਗਤਾਂ ਨੂੰ ਇਸ ਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੱਜ ਜੋ ਸੱਚੇ ਪਾਤਸ਼ਾਹ ਜੀ ਨੇ ਅਲਾਹੀ ਦਰਗਾਹੀ ਹੁਕਮ ਆਪਾਂ ਨੂੰ ਬਖਸ਼ਿਆ ਹੈ, ਉਹ ਹੁਕਮ ਦੇ ਵਿਚਾਰ ਸਰਵਣ ਕਰਨ ਵਾਸਤੇ ਸਾਡੀ ਸਾਰਿਆਂ ਦੀ ਮਨ ਇੱਛਾਵਾਨ ਨੇ, ਉਤਾਵਲੇ ਨੇ। ਸਤਿਗੁਰਾਂ ਨੇ ਸੁਭਾਗੀ ਸਮਾਂ ਬਣਾਇਆ ਹੈ। ਮਨ ਦੀਆਂ ਵਿਰਤੀਆਂ ਨੂੰ ਇਕਾਗਰ ਕਰੀਏ, ਗੁਰਾਂ ਦੇ ਚਰਨਾਂ ਦਾ ਧਿਆਨ ਧਾਰੀਏ, ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਮੁਖਵਾਕ ਨੂੰ ਸਰਵਣ ਕਰੀਏ। ਆਪਣੀ ਰਸਨਾ ਨੂੰ ਪਾਵਨ ਕਰਨ ਹਿਤ
ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਅੱਜ ਦਾ ਮੁੱਖ ਵਾਕ ਸਤਿਗੁਰੂ ਸਾਹਿਬ ਜੀ ਨੇ ਧਨਾਸਰੀ ਰਾਗਨੀ ਦੇ ਅੰਦਰ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਬਖਸ਼ਿਸ਼ ਕੀਤਾ ਹੈ। ਕੱਲ੍ਹ ਆਪਾਂ ਭਗਤ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਹੈ। ਅੱਜ ਸੱਚੇ ਪਾਤਸ਼ਾਹ ਜੀ ਨੇ ਭਗਤ ਜੀ ਦੀ ਰਸਨਾ ਤੋਂ ਸਾਨੂੰ ਮੁਬਾਰਕ ਉਪਦੇਸ਼ ਬਖਸ਼ਿਆ ਹੈ। ਦੁਨੀਆ ਦੇ ਉੱਪਰ ਬਹੁਤ ਸਾਰੇ ਧਰਮ ਹੋਏ ਨੇ ਔਰ ਸਾਡੇ ਖਿੱਤੇ ਵਿੱਚ ਦੋ ਧਰਮ ਮਸ਼ਹੂਰ ਰਹੇ ਨੇ, ਇੱਕ ਸਨਾਤਨ ਧਰਮ ਔਰ ਇੱਕ ਇਸਲਾਮੀ ਧਰਮ। ਸਨਾਤਨ ਧਰਮ ਦੇ ਗ੍ਰੰਥਾਂ ਦੀ ਗੱਲ ਕੀਤੀ ਜਾਵੇ, 4 ਵੇਦ, 18 ਪੁਰਾਣ, 27 ਸਿਮਰਤੀਆਂ, 6 ਸ਼ਾਸਤਰ, 101 ਉਪਨਿਸ਼ਦਾਂ, ਹੋਰ ਅਨੇਕਾਂ ਗੁਰੂ ਖਾਲਸਾ ਜੀ ਇਹ ਧਰਮ ਦੇ ਵਿੱਚ ਗ੍ਰੰਥ ਹਨ। ਇਸਲਾਮ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਪਾਕੀ ਕੁਰਾਨ ਸ਼ਰੀਫ, 4 ਉਹਨਾਂ ਦੀਆਂ ਕਿਤਾਬਾਂ ਨੇ, ਸ਼ਰੀਅਤ ਹੈ, ਹਕੀਕਤ ਹੈ, ਮਾਰਫਤ ਹੈ। ਹੋਰ ਗੁਰੂ ਖਾਲਸਾ ਜੀ ਸੂਫੀ ਮਹਾਂਪੁਰਸ਼ਾਂ ਦੇ ਅਨੇਕਾਂ ਕਲਾਮ ਤੇ ਅਨੇਕਾਂ ਰਮਜ਼ਾਂ ਨਾਲ ਭਰੇ ਹੋਏ ਗ੍ਰੰਥ ਹਨ। ਗਜ਼ਬ ਦੀ ਗੱਲ ਇਹ ਹੈ, ਇਸਲਾਮੀ ਧਰਮ ਦੇ ਗ੍ਰੰਥਾਂ ਵਿੱਚ ਤੁਹਾਨੂੰ ਸਨਾਤਨੀ ਕਿਸੇ ਮਹਾਂਪੁਰਖ ਦੀ ਬਾਣੀ ਨਹੀਂ ਮਿਲੇਗੀ ਔਰ ਸਨਾਤਨ ਧਰਮ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਸਲਾਮੀ ਮਹਾਂਪੁਰਖਾਂ ਦਾ ਤੁਹਾਨੂੰ ਜ਼ਿਕਰ ਨਹੀਂ ਮਿਲੇਗਾ। ਹੋਰ ਤੇ ਗੱਲ ਦੂਰ ਦਈ, ਸਨਾਤਨੀ ਧਰਮ ਦੇ ਗ੍ਰੰਥਾਂ ਵਿੱਚ ਤੁਹਾਨੂੰ ਸੰਸਕ੍ਰਿਤ ਮਿਲ ਜਾਏਗੀ, ਤੁਹਾਨੂੰ ਹਿੰਦੀ ਦੇ ਸ਼ਬਦਾਂ ਦਾ ਪ੍ਰਯੋਗ ਮਿਲ ਜਾਵੇਗਾ, ਤੁਹਾਨੂੰ ਪੰਜਾਬੀ ਦੇ ਸ਼ਬਦਾਂ ਦਾ ਪ੍ਰਯੋਗ ਮਿਲ ਜਾਵੇਗਾ। ਅਰਬੀ ਫਾਰਸੀ ਦਾ ਸਨਾਤਨੀ ਗ੍ਰੰਥਾਂ ਵਿੱਚ ਪ੍ਰਯੋਗ ਨਹੀਂ ਮਿਲੇਗਾ ਔਰ ਇਸਲਾਮੀ ਗ੍ਰੰਥਾਂ ਵਿੱਚ ਤੁਹਾਨੂੰ ਅਰਬੀ, ਫਾਰਸੀ, ਉਰਦੂ ਦੇ ਸ਼ਬਦ ਮਿਲ ਜਾਣਗੇ। ਹਿੰਦੀ, ਸੰਸਕ੍ਰਿਤ ਭਾਸ਼ਾ ਦਾ ਕੋਈ ਸ਼ਬਦ ਨਹੀਂ ਮਿਲੇਗਾ। ਦੁਨੀਆ ਦਾ ਇੱਕੋ ਇੱਕ ਗ੍ਰੰਥ ਜੋ ਸਾਂਝੀ ਵਾਲਤਾ ਦਾ ਪ੍ਰਤੀਕ ਔਰ ਗ੍ਰੰਥ ਰਾਜ ਗੁਰੂ ਪਾਦੀ ਉੱਪਰ, ਜਿਹਦੇ ਵਿੱਚ ਗੁਰੂ ਖਾਲਸਾ ਜੀ ਦੀਨ ਮਜ਼ਹਬ ਦਾ ਕੋਈ ਬਖੇੜਾ ਨਹੀਂ, ਜਿਸ ਗ੍ਰੰਥ ਦੇ ਵਿੱਚ ਜਾਤ ਤੇ ਪਾਤ ਦਾ ਕੋਈ ਬਖੇੜਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਐਸੇ ਗ੍ਰੰਥ ਨੇ ਜਿਸ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੀਨ ਮਜ਼ਹਬ ਤੋਂ ਉੱਪਰ ਉੱਠ ਕਰਕੇ ਪਰਮ ਅਵਸਥਾ ਨੂੰ ਪ੍ਰਾਪਤ ਕਰਨ ਵਾਲੇ ਮਹਾਂਪੁਰਖਾਂ ਦੇ ਬਚਨਾਂ ਨੂੰ ਗੁਰੂ ਖਾਲਸਾ ਜੀ ਕਲਮਬੰਦ ਕੀਤਾ ਹੈ। ਇਸ ਗ੍ਰੰਥ ਵਿੱਚ ਦੀਨ ਮਜ਼ਹਬ ਦੀ ਕੋਈ ਬਾਤ ਨਹੀਂ ਹੈ। ਜਿੱਥੇ ਸਨਾਤਨੀ ਮਹਾਂਪੁਰਖ ਰਾਮਾਨੰਦ ਜੀ ਵਰਗੇ ਉਹਨਾਂ ਦਾ ਉਪਦੇਸ਼ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਦਰਜ ਹੈ, ਉੱਥੇ ਮਹਾਨ ਸੂਫੀ ਸੰਤ ਭਗਤ ਫਰੀਦ ਜੀ, ਉਹਨਾਂ ਦਾ ਉਪਦੇਸ਼ ਵੀ ਇਸ ਪਾਵਨ ਗ੍ਰੰਥ ਦੇ ਵਿੱਚ ਦਰਜ ਹੈ। ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦਾ ਜ਼ਿਕਰ ਹੈ। ਭਗਤਾਂ ਦੇ ਵਿੱਚੋਂ ਰਾਮਾਨੰਦ ਜੀ, ਭਗਤ ਪੀਪਾ ਜੀ, ਇਹ ਉੱਚੀ ਸ਼੍ਰੇਣੀ ਦੇ ਨਾਲ ਸੰਬੰਧ ਰੱਖਦੇ ਨੇ। ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਇਹ ਨੀਵੀਂ ਸ਼੍ਰੇਣੀ ਦੇ ਨਾਲ ਸੰਬੰਧ ਰੱਖਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਉੱਚ ਤੇ ਨੀਵੀਂ ਸ਼੍ਰੇਣੀ ਨੂੰ ਵੀ ਖਤਮ ਕੀਤਾ ਹੈ।
ਇਸ ਪਾਵਨ ਬਾਣੀ ਦੇ ਵਿੱਚ ਜਾਤ ਪਾਤ ਦਾ ਵੀ ਗੁਰੂ ਖਾਲਸਾ ਜੀ ਇੱਥੋਂ ਤੱਕ ਵੀ ਸਰੀਰ ਦਾ ਕੋਈ ਜ਼ਿਕਰ ਹੀ ਨਹੀਂ, ਉੱਚ ਅਵਸਥਾ ਦਾ ਜ਼ਿਕਰ ਹੈ। ਜਦੋਂ ਗੁਰੂ ਖਾਲਸਾ ਜੀ ਕਿਸੇ ਵੀ ਗੁਰੂ ਕੇ ਸਿੱਖ ਦੀ, ਕਿਸੇ ਵੀ ਮਹਾਂਪੁਰਸ਼ ਦੀ, ਕਿਸੇ ਵੀ ਭਗਤ ਦੀ ਤਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੀ ਹੈ, ਉਸ ਵਕਤ ਭਗਤ ਦੇ ਮੁਖ ਤੋਂ ਜੋ ਨਾਜ਼ਿਲ ਹੁੰਦਾ ਹੈ, ਭਗਤ ਨੂੰ ਜੋ ਇਲਹਾਮ ਹੁੰਦਾ ਹੈ, ਭਗਤ ਦੀ ਰਸਨਾ ਤੋਂ ਜੋ ਧੁਰ ਦਰਬਾਰ ਦਾ ਉਪਦੇਸ਼ ਆਉਂਦਾ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਦਰਜ ਕੀਤਾ ਗਿਆ ਹੈ। ਅੱਜ ਦਾ ਜੋ ਪਾਵਨ ਉਪਦੇਸ਼ ਹੈ, ਇਹ ਭਗਤ ਰਵਿਦਾਸ ਜੀ ਨੂੰ ਜੋ ਇਲਹਾਮ ਹੋਇਆ, ਉਹਨਾਂ ਨੇ ਜੋ ਖੁਦਾਇਆ ਦੇ ਨਾਲ, ਜੋ ਪ੍ਰਭੂ ਦੇ ਨਾਲ, ਭਗਵਾਨ ਦੇ ਨਾਲ ਗੱਲਾਂ ਕੀਤੀਆਂ ਨੇ, ਜਿਵੇਂ ਭਗਵਾਨ ਨੂੰ ਪ੍ਰਸੰਨ ਕੀਤਾ ਹੈ, ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਲਮਬੰਦ ਕਰਵਾਇਆ ਹੈ। ਗੁਰੂ ਖਾਲਸਾ ਜੀ ਦੁਨੀਆ ਦੇ ਉੱਪਰ ਭਗਤ ਬੜੇ ਹੋਏ ਨੇ, ਉਹਨਾਂ ਨੂੰ ਕਈ ਵਾਰ ਪ੍ਰਭੂ ਦਾ ਦੀਦਾਰ ਹੋਇਆ ਹੈ। ਸਭ ਤੋਂ ਪਹਿਲਾਂ ਜਦੋਂ ਬੰਦਾ ਭਗਤੀ ਦੇ ਰਾਹ ਉੱਪਰ ਚੱਲਦਾ ਹੈ, ਉਹਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ, ਬਚਨ ਪੂਰੇ ਹੋਣ ਲੱਗ ਪੈਂਦੇ ਨੇ, ਵਰ ਸਰਾਪ ਚੱਲਣ ਲੱਗ ਪੈਂਦੇ ਨੇ। ਮੇਰੇ ਵਰਗਾ ਬੰਦਾ ਤੇ ਇੱਥੇ ਕੀ ਰਹਿ ਜਾਂਦਾ ਵੀ ਚਲੋ ਰਿੱਧੀਆਂ ਸਿੱਧੀਆਂ ਮਿਲੀਆਂ, ਕੰਮ ਚੱਲ ਪਿਆ ਏ, ਅੱਗੇ ਜਾਣ ਦੀ ਲੋੜ ਨਹੀਂ। ਇਸ ਤੋਂ ਉੱਚ ਅਵਸਥਾ ਦੇ ਮਾਲਕ ਕਈ ਭਗਤ ਹੁੰਦੇ ਨੇ, ਉਹ ਭਗਤੀ ਕਰਦੇ ਨੇ, ਰੱਬ ਦਾ ਝਲਕਾਰਾ ਵੱਜਦਾ ਹੈ, ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਗੁਪਤ ਹੋ ਜਾਂਦਾ ਹੈ, ਉਹ ਕਹਿੰਦੇ ਨੇ ਰੱਬ ਦਾ ਦੀਦਾਰ ਹੋ ਗਿਆ, ਬਸ ਇੰਨਾ ਹੀ। ਪਰ ਕਈ ਗੁਰੂ ਖਾਲਸਾ ਜੀ ਇਹੋ ਜਿਹੇ ਮਹਾਂਪੁਰਖ ਹੁੰਦੇ ਨੇ, ਉਹ ਰੱਬ ਦੇ ਦਰਸ਼ਨ ਤੱਕ ਨਿਰਭਰ ਨਹੀਂ ਰਹਿੰਦੇ। ਉਹ ਕਹਿੰਦੇ ਰੱਬਾ ਸਰਗਣ ਸਰੂਪ ਧਾਰ, ਸਾਡੇ ਨਾਲ ਗੱਲਾਂ ਵੀ ਕਰ ਤੇ ਸਾਡੇ ਕੰਮ ਵੀ ਕਰ। ਉਹਦੇ ਵਿੱਚੋਂ ਭਗਤ ਧੰਨਾ ਜੀ ਹੋਏ ਹਨ, ਰੱਬ ਨਾਲ ਗੱਲਾਂ ਵੀ ਕੀਤੀਆਂ, ਰੱਬ ਨੂੰ ਪ੍ਰਸ਼ਾਦਾ ਵੀ ਛਕਾਇਆ, ਰੱਬ ਦੇ ਕੋਲੋਂ ਨੱਕੇ ਕਿਆਰੇ ਵੀ ਗੁਰੂ ਖਾਲਸਾ ਜੀ ਮੜਵਾਏ। ਭਗਤ ਨਾਮਦੇਵ ਜੀ, ਉਹਨਾਂ ਨੂੰ 72 ਵਾਰ ਵਾਹਿਗੁਰੂ ਦਾ ਦੀਦਾਰ ਹੋਇਆ। ਦੀਦਾਰ ਹੋਣਾ, ਪ੍ਰਕਾਸ਼ ਗੁਪਤ ਹੋ ਜਾਣਾ। 72ਵੀਂ ਵਾਰ ਦੀਦਾਰ ਹੋਇਆ ਤੇ ਰੱਬ ਫਿਰ ਸਾਖਿਆਤਕਾਰ ਹੋ ਗਿਆ। ਜਿੱਧਰ ਵੇਖਦੇ ਈਬੇ ਬੀਟਲ ਉਬੈ ਬੀਟਲ, ਬੀਟਲ ਬਿਨ ਸੰਸਾਰ ਨਹੀਂ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਦੀਦਾਰ ਉਹਨਾਂ ਨੂੰ ਜਰਰੇ ਜਰਰੇ ਵਿੱਚ ਹੋਣ ਲੱਗ ਪਿਆ। ਜਿਨ੍ਹਾਂ ਦਾ ਅੱਜ ਆਪਾਂ ਉਪਦੇਸ਼ ਸਰਵਣ ਕਰਨਾ ਹੈ, ਇਹਨਾਂ ਦੇ ਜੀਵਨ ਕਾਲ ਦੇ ਵਿੱਚ ਰੱਬ ਦਾ ਦੀਦਾਰ 3 ਵਾਰ ਇਹਨਾਂ ਨੂੰ ਹੋਇਆ। ਆਪਨੇ ਰੱਬ ਦੀ ਉਸਤਤ ਵਿੱਚ ਸ਼ਬਦ ਪੜਿਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਰੱਬ ਦਾ ਪ੍ਰਕਾਸ਼ ਗੁਰੂ ਖਾਲਸਾ ਜੀ ਗੁਪਤ ਹੋ ਗਿਆ। ਫਿਰ ਦੂਜੀ ਵਾਰ ਭਗਤੀ ਕੀਤੀ, ਰੱਬ ਨੇ ਦੀਦਾਰ ਦਿੱਤਾ। ਜਬ ਹਮ ਹੋਤੇ ਤਬ ਤੂੰ ਨਾਹੀ, ਇਹ ਸ਼ਬਦ ਉਚਾਰਿਆ। ਰੱਬ ਦਾ ਪ੍ਰਕਾਸ਼ ਗੁਪਤ ਹੋ ਗਿਆ। ਤੀਜੀ ਵਾਰ ਭਗਤੀ ਕੀਤੀ, ਰੱਬ ਆ ਕੇ ਸਾਹਮਣੇ ਖਲੋ ਗਿਆ ਤੇ ਭਗਤ ਰਵਿਦਾਸ ਨੇ ਰੱਬ ਦੇ ਪੈਰ ਫੜੇ। ਕਾਰਨ ਕਵਨਿਆ ਬੋਲ, ਮੇਰੇ ਕੋਲੋਂ ਕੀ ਭੁੱਲ ਹੋ ਗਈ ਹੈ ਵੀ ਤੂੰ ਚੁੱਪ ਕਰਕੇ ਵੀ ਮੇਰੇ ਸਾਹਮਣੇ ਖਲੋਤਾ ਹੈ, ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦਾ? ਮੈਂ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ। ਗਲ ਵਿੱਚ ਪੱਲਾ ਪਾਇਆ ਹੈ, ਪੈਰੋਂ ਫੜ ਕੇ ਰੱਬ ਨੂੰ ਹਿਲਾਇਆ ਏ। ਰੱਬਾ ਮੇਰੇ ਕੋਲੋਂ ਭੁੱਲ ਗਈ ਹੋ ਗਈ ਹੈ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ। ਅੱਜ ਦੇ ਉਪਦੇਸ਼ ਵਿੱਚੋਂ ਸਾਨੂੰ ਭਗਤ ਰਵਿਦਾਸ ਦੇ ਜੀਵਨ ਦੇ ਵਿੱਚੋਂ ਇਹ ਗੁਰੂ ਖਾਲਸਾ ਜੀ ਸਿੱਖਿਆ ਮਿਲੇਗੀ ਕਿ ਰੱਬ ਨੂੰ ਸਾਖਿਆਤਕਾਰ ਕਿਵੇਂ ਕਰਨਾ ਹੈ। ਜੇ ਉਹ ਪ੍ਰਗਟ ਹੋ ਗਿਆ ਤੇ ਰੱਬ ਦੇ ਨਾਲ ਗੱਲਾਂ ਕਿਵੇਂ ਕਰਨੀਆਂ ਨੇ, ਰੱਬ ਨੂੰ ਮਨਾਉਣਾ ਕਿਵੇਂ ਹੈ, ਰੱਬ ਦੀ ਪ੍ਰਸੰਨਤਾ ਕਿਵੇਂ ਲੈਣੀ ਹੈ। ਕਿਉਂਕਿ ਭਗਤੀ ਦੇ ਮਾਰਗ ਦੇ ਵਿੱਚ ਸਿਦਕ ਤੇ ਭਰੋਸੇ ਦੀ ਲੋੜ ਹੈ।
ਤਰਕਾਂ ਵਿਤਰਕਾਂ ਵਾਲਾ ਭਗਤੀ ਦੇ ਮਾਰਗ ਵਿੱਚ ਕੋਹਾਂ ਪਿੱਛੇ ਰਹਿ ਜਾਂਦਾ ਹੈ। ਇੱਥੇ ਸਿਦਕ ਤੇ ਭਰੋਸਾ ਹੈ, ਇੱਥੇ ਦਲੀਲਬਾਜ਼ੀ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਜੀ ਨੇ ਸ਼੍ਰੋਮਣੀ ਭਗਤ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਨੂੰ ਕਿਹਾ ਜਾਓ, ਜਾ ਕਰਕੇ ਘੋੜਿਆਂ ਦਾ ਵਪਾਰ ਕਰਕੇ ਲਿਆਓ। ਬੋਰੀਆਂ ਦਿੱਤੀਆਂ, ਥੈਲੀਆਂ ਦਿੱਤੀਆਂ, ਮੋਹਰਾਂ ਦੇ ਨਾਲ ਭਰ ਦਿੱਤੀਆਂ। ਕਾਬਲ, ਕੰਧਾਰ, ਇਰਾਕ, ਈਰਾਨ ਵਿੱਚ ਜਾਓ, ਉੱਥੋਂ ਦੇ ਅਰਾਕੀ ਲਿਆਓ। ਈਰਾਨ ਦੇਸ਼ ਦੇ ਘੋੜੇ ਮਸ਼ਹੂਰ ਨੇ, ਇਸ ਲਈ ਘੋੜਿਆਂ ਨੂੰ ਅਰਾਕੀ ਕਹਿੰਦੇ ਨੇ। ਇਰਾਕ ਦੇਸ਼ ਦੇ ਨਾਲ ਜਿਨ੍ਹਾਂ ਘੋੜਿਆਂ ਦਾ ਸੰਬੰਧ ਹੋਵੇ ਉਹਨਾਂ ਨੂੰ ਅਰਾਕੀ ਕਹਿੰਦੇ ਨੇ। ਗਏ ਨੇ ਵਪਾਰ ਕਰਨ ਵਾਸਤੇ, ਚੰਗੇ ਚੰਗੇ ਘੋੜੇ ਵੇਖੇ ਤੇ ਮੁੱਲ ਕਰ ਲਿਆ। ਜਦੋਂ ਤੰਬੂ ਵਿੱਚ ਪੈਸੇ ਲੈਣ ਆਏ ਤੇ ਵੇਖਿਆ ਥੈਲੀਆਂ ਖੋਲੀਆਂ ਠੀਕਰਾਂ ਦੇ ਨਾਲ ਭਰੇ ਹੋਏ। ਮਨ ਵਿੱਚ ਸ਼ਰਮਸਾਰ ਹੋਏ ਕਿ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਕਿਹੋ ਜਿਹਾ ਮਖੌਲ ਮੇਰੇ ਨਾਲ ਕੀਤਾ ਹੈ। ਮੈਂ ਵਪਾਰ ਬੜੇ ਬੜੇ ਘੋੜਿਆਂ ਦਾ ਕਰ ਲਿਆ ਹੈ, ਜਦੋਂ ਠੀਕਰਾ ਲੈ ਕੇ ਜਾਵਾਂਗਾ ਉਹ ਕਹਿਣਗੇ ਵੀ ਐਡਾ ਵੱਡਾ ਸਿੱਖ ਗੁਰੂ ਹਰਗੋਬਿੰਦ ਦਾ ਕਹਿੰਦਾ ਮੈਂ ਸੱਚੇ ਪਾਤਸ਼ਾਹ ਦਾ ਸਿੱਖ ਹਾਂ, ਘੋੜੇ ਖਰੀਦਣ ਆਇਆ ਤੇ ਲੈ ਕੇ ਠੀਕਰਾ ਆਇਆ ਹੈ। ਸ਼ਰਮ ਦੇ ਮਾਰੇ ਹੋਏ ਭਾਈ ਸਾਹਿਬ ਜੀ ਨੇ ਤੰਬੂ ਪਾੜਿਆ ਤੇ ਪਿੱਛੋਂ ਦੀ ਨਿਕਲ ਗਏ। ਚਲਦਿਆਂ ਚਲਦਿਆਂ ਕਾਂਚੀ ਵਿੱਚ ਪਹੁੰਚ ਗਏ। ਪਿੱਛੋਂ ਗੁਰੂ ਖਾਲਸਾ ਜੀ, ਗੁਰੂ ਕੇ ਸਿੱਖ ਜਦੋਂ ਤੰਬੂ ਵਿੱਚ ਆਏ, ਮੋਹਰਾਂ ਖਿਲਰੀਆਂ ਹੋਈਆਂ। ਭਾਈ ਸਾਹਿਬ ਉੱਥੇ ਹੈ ਕੋਈ ਨਹੀਂ। ਉਹਨਾਂ ਨੇ ਮੋਹਰਾਂ ਦਿੱਤੀਆਂ ਤੇ ਘੋੜੇ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆ ਗਏ ਤੇ ਕਹਿਣ ਲੱਗੇ ਭਾਈ ਜੀ ਦਾ ਪਤਾ ਕੋਈ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਕਾਂਸ਼ੀ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਆਪ ਜੀ ਦੀਆਂ ਦੋ ਰਚਨਾਵਾਂ ਨੇ, ਇੱਕ ਵਾਰਾਂ ਤੇ ਦੂਜੀ ਕਵਿਤ। ਕਵਿਤਾਂ ਦੇ ਵਿੱਚ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਐਸੀਆਂ ਅਮੋਲਕ ਰਚਨਾਵਾਂ, ਅਮੋਲਕ ਉਪਦੇਸ਼ ਨੇ। ਭਾਈ ਸਾਹਿਬ ਜੀ ਨੇ ਕਾਂਸ਼ੀ ਦੇ ਪੰਡਤਾਂ ਦੇ ਨਾਲ ਬੜੀਆਂ ਗੋਸ਼ਟਾਂ ਕੀਤੀਆਂ। ਵਾਹਿਗੁਰੂ ਗੁਰ ਮੰਤਰ ਦੇ ਅਰਥ ਸੰਸਕ੍ਰਿਤ ਬੋਲੀ ਵਿੱਚ ਕੀਤੇ। ਉਹਨਾਂ ਨੂੰ ਦੱਸਿਆ ਵੀ ਗੁਰੂ ਨਾਨਕ ਦਾ ਘਰ ਉੱਚਾ ਤੇ ਸੁੱਚਾ ਹੈ। ਉੱਥੋਂ ਦਾ ਭੂਪਤ ਰਾਜਾ ਵੀ ਭਾਈ ਗੁਰਦਾਸ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਪਰ ਜਿਹੜਾ ਸੱਚਾ ਗੁਰੂ ਕਾ ਸਿੱਖ ਹੈ ਉਹ ਦੂਜੇ ਨੂੰ ਆਪਣੇ ਨਾਲ ਨਹੀਂ ਜੋੜਦਾ, ਆਪਣੇ ਗੁਰੂ ਨਾਲ ਜੋੜਦਾ ਹੈ। ਉਹਨਾਂ ਨੇ ਜੋੜਿਆ ਗੁਰੂ ਅਰਜਨ ਦੇ ਦਰਬਾਰ ਨਾਲ, ਉਹਨਾਂ ਨੇ ਜੋੜਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਦੇ ਨਾਲ। ਇੱਕ ਦਿਨ ਸੱਚੇ ਪਾਤਸ਼ਾਹ ਨੇ ਚਿੱਠੀ ਲਿਖੀ ਕਾਂਚੀ ਦੇ ਵਿੱਚ, ਇੱਕ ਗੁਰੂ ਘਰ ਦਾ ਚੋਰ ਆਇਆ ਹੈ, ਜੇ ਹੋਵੇ ਤੇ ਉਹਨੂੰ ਪਕੜ ਕੇ ਸਾਡੇ ਸਾਹਮਣੇ ਮੁਸ਼ਕਾਂ ਬੰਨ੍ਹ ਕੇ ਪੇਸ਼ ਕਰੋ। ਭਾਈ ਗੁਰਦਾਸ ਸਾਹਿਬ ਨੂੰ ਪਤਾ ਲੱਗਾ, ਕਹਿਣ ਲੱਗੇ ਚੋਰ ਤੇ ਮੈਂ ਹੀ ਹੈ, ਚੋਰੀ ਤੇ ਮੈਂ ਹੀ ਭੱਜਾ ਸਾਂ। ਮਨ ਵਿੱਚ ਗਿਲਾ ਨਹੀਂ ਕੀਤਾ ਵੀ ਮੈਂ ਐਡਾ ਪ੍ਰਚਾਰ ਕਰਦਾ ਹਾਂ, ਇੰਨਾ ਦਸਵੰਧ ਇਕੱਠਾ ਕਰਕੇ ਅੰਮ੍ਰਿਤਸਰ ਭੇਜਦਾ ਹਾਂ, ਇੰਨੀ ਸੰਗਤ ਗੁਰੂ ਘਰ ਨਾਲ ਜੋੜੀ ਹੈ, ਗੁਰੂ ਨੇ ਮੈਨੂੰ ਚੋਰ ਲਿਖ ਕੇ ਭੇਜ ਦਿੱਤਾ ਹੈ, ਮੇਰੀ ਤੋਹੀਨ ਕੀਤੀ ਹੈ। ਮੁਸ਼ਕਾਂ ਬਣਾਈਆਂ, ਉੱਥੋਂ ਦਾ ਰਾਜਾ ਨਾਲ ਲਿਆ, ਸੰਗਤ ਲਈ ਮੰਜ਼ਿਲਾਂ ਮਾਰਦੇ ਹੋਏ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਨੇ। ਸ਼੍ਰੀ ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ, ਮੁਸ਼ਕਾਂ ਬੱਧੀਆਂ ਹੋਈਆਂ ਨੇ। ਭਾਈ ਗੁਰਦਾਸ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਏ, ਦੀਨ ਦੁਨੀਆ ਦੇ ਮਾਲਕ, ਦੋ ਜਹਾਨ ਵਾਲੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਗੁਰਦਾਸ ਸਾਹਿਬ ਜੀ, ਜੇ ਤੁਹਾਡੇ ਵਰਗੇ ਸਿੱਖ ਹੀ ਹਾਰ ਜਾਣ ਹੈ ਸਿਦਕ ਵਿੱਚੋਂ, ਤੇ ਆਮ ਗੁਰੂ ਕੇ ਸਿੱਖਾਂ ਦਾ ਕੀ ਬਣੇਗਾ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੇ ਬਚਨ ਕਹੇ, ਉਹ ਬਚਨ ਉਹਨਾਂ ਦੀਆਂ ਵਾਰਾਂ ਦੇ ਵਿੱਚ ਦਰਜ ਨੇ। ਭਾਈ ਸਾਹਿਬ ਨੇ ਕਿਹਾ, ਜੇ ਗੁਰ ਸਾਂਗ ਵਰਤਾਏ ਦਾ ਕਿਆ ਕਰੇ ਸਿੱਖ ਵਿਚਾਰਾ। ਜੇ ਗੁਰੂ ਹੀ ਪਰਖ ਪਾ ਦੇਵੇ, ਗੁਰੂ ਹੀ ਭਰਮ ਜਾਲ ਬਣਾ ਦੇਵੇ, ਤੇ ਸਿੱਖ ਵਿਚਾਰਾ ਕੀ ਕਰੇ।
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਸਕਰਾ ਕੇ ਆਖਿਆ, ਜੇ ਗੁਰ ਸਾਂਗ ਵਰਤਾਏ ਦਾ ਸਿੱਖ ਸਿਦਕ ਨਾ ਹਾਰੇ। ਜੇ ਗੁਰੂ ਭਰਮਜਾਲ ਪਾ ਦਵੇ ਸਿੱਖ ਸਿਦਕ ਨਾ ਛੱਡੇ। ਆਖੇ ਜੇ ਗੁਰੂ ਨੇ ਪਾਇਆ ਏ ਤੇ ਗੁਰੂ ਕੱਢੇਗਾ ਵੀ ਜ਼ਰੂਰ। ਜਿਹੜਾ ਗੁਰੂ ਦਾ ਹੁੰਦਾ ਏ ਗੁਰੂ ਫਿਰ ਉਹਨੂੰ ਕੱਢ ਵੀ ਦਿੰਦਾ ਹੈ, ਪਰਖ ਜ਼ਰੂਰ ਲੈਂਦਾ ਹੈ। ਖੁਦਾਇਆ ਵੀ ਪਰਖਾ ਲੈਂਦਾ ਹੈ, ਗੁਰੂ ਵੀ ਪਰਖਾ ਲੈਂਦਾ ਹੈ। ਸਿਦਕ ਵਾਲੇ ਗੁਰੂ ਖਾਲਸਾ ਜੀ ਉਹ ਪਰਖ ਵਿੱਚ ਖਰੇ ਉਤਰਦੇ ਨੇ, ਤੇ ਜਿਹੜੇ ਮੇਰੇ ਵਰਗੇ ਕੱਚੇ ਪਿੱਲੇ ਨੇ ਉਹ ਪਰਖ ਦੇ ਵਿੱਚ ਖਤਮ ਹੋ ਜਾਂਦੇ ਨੇ, ਹਾਰ ਜਾਂਦੇ ਨੇ। ਉਹ ਕਮਾਈ ਕਰਕੇ ਵੀ ਗੁਰੂ ਖਾਲਸਾ ਜੀ ਸਭ ਕੁਝ ਗਵਾ ਕੇ ਖਾਲੀ ਰਹਿ ਜਾਂਦੇ ਨੇ, ਖਾਲੀ ਜਹਾਨੋਂ ਤੁਰ ਜਾਂਦੇ ਨੇ। ਭਗਤ ਰਵਿਦਾਸ ਜੀ ਦੇ ਅੱਗੇ ਖੁਦਾਇਆ ਨੇ ਪਰਖ ਪਾਈ, ਸਾਹਮਣੇ ਖਲੋਤੇ ਨੇ, ਗੱਲ ਕੋਈ ਨਹੀਂ ਕਰਦੇ। ਭਗਤ ਰਵਿਦਾਸ ਨੇ ਸਿਦਕ ਰੱਖਿਆ, ਭਰੋਸਾ ਰੱਖਿਆ, ਤਰਕ ਤੇ ਵਿਤਰਕ ਨਹੀਂ ਕੀਤੀ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਸੰਨਤਾ ਲਈ ਹੈ। ਉਹ ਪ੍ਰਸੰਨਤਾ ਅਸਾਂ ਨੇ ਵੀ ਲੈਣੀ ਹੈ। ਕਿਵੇਂ ਲੈਣੀ ਹੈ? ਆਓ ਅੱਜ ਦੇ ਮੁਖਵਾਕ ਦੇ ਵਿੱਚੋਂ ਪਿਆਰ ਦੇ ਨਾਲ ਸਰਵਣ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਮੰਗਲਾਚਰਨ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ, ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇੱਕ ਓੰਕਾਰ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਅਦਵੈਤ ਸਰੂਪ ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਇੱਕ ਓੰਕਾਰ ਦੇ ਗੁਰੂ ਖਾਲਸਾ ਜੀ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਨੇ, ਵਾਰ ਪਾਰ ਨਹੀਂ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖਾਂ ਨੇ ਅਰਜ਼ ਕੀਤੀ, ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਡਾ ਜਹਾਜ਼ ਗੁਰਬਾਣੀ ਦਾ ਗ੍ਰੰਥ ਤਿਆਰ ਕੀਤਾ ਹੈ, ਆਪ ਜੀ ਇਹਦੇ ਅਰਥ ਕਰਕੇ ਸੁਣਾਓ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਥ ਕਰਨੇ ਸ਼ੁਰੂ ਕੀਤੇ। ਇੱਕ ਓੰਕਾਰ ਦੇ ਗੁਰੂ ਖਾਲਸਾ ਜੀ ਅਰਥ ਕਰਦਿਆਂ 6 ਮਹੀਨੇ ਗੁਜ਼ਰ ਗਏ, ਵਾਰ ਪਾਰ ਫੇਰ ਨਹੀਂ ਆਇਆ। ਸੱਚੇ ਪਾਤਸ਼ਾਹ ਫਰਮਾਇਆ, ਹੁਣ ਯੁੱਧਾਂ ਦਾ ਸਮਾਂ ਹੈ। ਇਹ ਨਾ ਸਮਝੋ ਵੀ ਇੱਕ ਓੰਕਾਰ ਦੇ ਅਰਥ ਮੁੱਕ ਗਏ ਨੇ। ਇਤਿਹਾਸ ਵਿੱਚ ਲਿਖਿਆ ਹੈ, ਮਹਾਰਾਜ ਨੇ ਕਿਹਾ ਜੀਵਨ ਮੁੱਕ ਜਾਵੇਗਾ, ਇੱਕ ਓੰਕਾਰ ਦੇ ਅਰਥ ਨਹੀਂ ਮੁੱਕਣਗੇ, ਬਾਕੀ ਅਰਥ 10ਵੇਂ ਜਾਮੇ ਵਿੱਚ ਸਮਝਾਵਾਂਗੇ। ਗੁਰੂ ਖਾਲਸਾ ਜੀ ਨਿਰਮਲੇ ਮਹਾਂਪੁਰਸ਼ਾਂ ਨੇ, ਟਕਸਾਲੀ ਸੰਪਰਦਾਇ ਮਹਾਂਪੁਰਖਾਂ ਨੇ ਇੱਕ ਓੰਕਾਰ ਦੇ ਅਰਥ ਬੜੇ ਕੀਤੇ ਨੇ, ਅੰਤ ਕੋਈ ਨਹੀਂ। ਇੱਕ ਗੁਰੂ ਖਾਲਸਾ ਜੀ ਨਿਰਮਲੇ ਮਹਾਂਪੁਰਖ ਪੰਡਤ ਨਿਹਾਲ ਸਿੰਘ ਜੀ ਹੋਏ ਨੇ। ਉਹਨਾਂ ਨੇ ਸਿੱਖੀ ਪ੍ਰਭਾਕਰ, ਨਿਰਮਲ ਪ੍ਰਭਾਕਰ ਨਾਮ ਦੇ ਗ੍ਰੰਥ ਲਿਖੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ, ਪਾਠ ਰੱਖਣ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਉਹਨਾਂ ਨੇ ਬੜੀ ਵਿਸ਼ਾਲ ਦਿਲੀ ਨਾਲ ਕੀਤੀ ਹੈ। ਉਹਨਾਂ ਦਾ ਇੱਕ ਬਚਨ ਮੈਨੂੰ ਯਾਦ ਆਇਆ। ਉਹ ਕਹਿੰਦੇ ਨੇ, ਨਿਰਮਲੇ ਮਹਾਂਪੁਰਖ, ਉਦਾਸੀ ਮਹਾਂਪੁਰਖ, ਟਕਸਾਲੀ ਮਹਾਂਪੁਰਖ, ਗਿਆਨੀ ਮਹਾਂਪੁਰਸ਼ ਇੱਕ ਓੰਕਾਰ ਦੇ ਅਰਥ ਬੜੇ ਕਰਦੇ ਨੇ। ਜਿਹੜੇ ਗੁਰੂ ਕੇ ਲਾਡਲੇ ਨੇ ਨਾ, ਜਿਨ੍ਹਾਂ ਨੂੰ ਨਿਹੰਗ ਸਿੰਘ ਕਹਿੰਦੇ ਨੇ, ਇਹ ਉਹਨੇ ਅਰਥ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦਾ ਸੰਬੰਧ ਸ਼ਸਤਰਬਾਜੀ ਨਾਲ ਹੈ। ਪਰ ਉਹ ਨਿਰਮਲਾ ਮਹਾਂਪੁਰਖ ਕਹਿੰਦਾ, ਇੱਕ ਦਿਨ ਮੈਂ ਤੁਰਿਆ ਜਾਂਦਾ ਸਾਂ, ਇੱਕ ਗੁਰੂ ਕੇ ਸਿੱਖ ਦੇ ਸਿਰੇ ਉੱਪਰ ਮੈਂ ਉੱਚਾ ਪਰਲਾ ਵੇਖਿਆ, ਤੇ ਮੇਰੇ ਮਨ ਨੇ ਕਲਪਨਾ ਕੀਤੀ, ਜਿੱਧਰੋਂ ਦੀ ਇਹ ਗੁਰੂ ਕਾ ਖਾਲਸਾ ਤੁਰਿਆ ਜਾਂਦਾ ਹੈ ਨਾ, ਉਧਰੋਂ ਓੰਕਾਰ ਦੇ ਅਰਥ ਹੀ ਕਰਦਾ ਤੁਰਿਆ ਜਾਂਦਾ ਹੈ। ਇਹ ਗੁਰੂ ਕਲਗੀਧਰ ਨੇ ਓੰਕਾਰੀ ਪੰਥ ਰਚਿਆ ਹੈ। ਪੁਰਾਣਾ ਗੁਰੂ ਖਾਲਸਾ ਜੀ ਪਰਲਾ ਵੇਖਿਓ, ਉੱਚਾ ਪਰਲਾ, ਤੇ ਓੰਕਾਰ ਦੀ ਜਿਵੇਂ ਕਾਰ ਹੁੰਦੀ ਹੈ, ਇਵੇਂ ਗੁਰੂ ਖਾਲਸਾ ਜੀ ਪਰਲੇ ਦਾ ਆਕਾਰ ਹੁੰਦਾ ਸੀ। ਉਹਨੇ ਲਿਖਿਆ, ਜੈਸੇ ਓੰਕਾਰ ਹੋਤ ਤੈਸੇ ਹੀ ਦਮਾਲਾ ਉੱਚ, ਨਿਸ਼ਚੇ ਹਮ ਜਾਣਿਓ
ਇਹ ਤੋਂ ਪੰਥ ਓੰਕਾਰੀ ਹੈ। ਇਹ ਗੁਰੂ ਕਲਗੀਧਰ ਜੀ ਨੇ ਓੰਕਾਰੀ ਪੰਥ ਰਚ ਦਿੱਤਾ ਹੈ। ਇਹ ਓੰਕਾਰੀ ਪੰਥ ਓੰਕਾਰ ਨੂੰ ਮੰਨਣ ਵਾਲਾ ਪੰਥ ਹੈ। ਇੱਕ ਅਦਵੈਤ ਸਰੂਪ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਐਸੇ ਨਿਰੰਕਾਰ ਦਾ ਮੰਗਲ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦੇ ਹਨ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜਾ। ਭਗਤ ਰਵਿਦਾਸ ਜੀ ਨੇ ਅਕਾਲ ਦੇ ਚਰਨਾਂ ਵਿੱਚ, ਖੁਦਾਇਆ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸੱਚੇ ਪਾਤਸ਼ਾਹ ਜੀ ਸਵੈ ਰਸਨਾ ਦੁਆਰਾ ਉਚਾਰ ਕੇ ਭਾਈ ਗੁਰਦਾਸ ਸਾਹਿਬ ਨੂੰ ਲਿਖਵਾ ਰਹੇ ਨੇ। ਗੁਰੂ ਖਾਲਸਾ ਜੀ ਭਗਤ ਜੀ ਕਹਿਣ ਲੱਗੇ, ਮੇਰੇ ਵਰਗਾ ਦੀਨ ਕੋਈ ਨਹੀਂ, ਤੇਰੇ ਵਰਗਾ ਦਇਆਲੂ ਕੋਈ ਨਹੀਂ। ਸਰ ਦਾ ਅਰਥ ਹੁੰਦਾ ਇਹ ਵਰਗਾ, ਦੀਨ ਦਾ ਅਰਥ ਹੁੰਦਾ ਇਹ ਕੰਗਾਲ, ਗਰੀਬ। ਮੇਰੇ ਵਰਗਾ ਦੁਨੀਆ ਤੇ ਗਰੀਬ ਕੰਗਾਲ ਕੋਈ ਨਹੀਂ, ਤੇਰੇ ਵਰਗਾ ਦਿਆਲੂ ਪਾਤਸ਼ਾਹ ਕੋਈ ਨਹੀਂ। ਸੰਸਾਰੀ ਤੌਰ ਤੇ ਵੀ ਮਾਇਕੀ ਧਨ ਵੀ ਮੇਰੇ ਕੋਲ ਕੋਈ ਨਹੀਂ, ਸ਼ੁਭ ਗੁਣਾਂ ਦਾ ਧਨ ਵੀ ਕੋਈ ਨਹੀਂ, ਨਾਮ ਧਨ ਵੀ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਗੁਰੂ ਖਾਲਸਾ ਜੀ ਉਹ ਅਕਾਲ, ਉਹ ਖੁਦਾਇਆ ਦਿਆਲੂ ਕਿੰਨਾ ਕਹੇ। ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਲਿਖਿਆ, ਅਕ੍ਰਿਤ ਘਨਾ ਨੂੰ ਪਾਲਦਾ। ਉਹ ਐਡਾ ਦਿਆਲੂ ਹੈ ਜਿਹੜਾ ਸਵੇਰੇ ਉੱਠ ਕੇ ਵਾਹਿਗੁਰੂ ਨੂੰ ਗਾਲੀ ਗਲੋਚ ਕਰਦਾ ਏ, ਉਹਦੀ ਝੋਲੀ ਵਿੱਚ ਵੀ ਉਹ 2 ਟਾਈਮ ਦੀ ਰੋਟੀ ਪਾਉਂਦਾ ਹੈ। ਜਿਹੜਾ ਉਹਦੀ ਸਿਫਤ ਤੇ ਸ਼ਲਾਘਾ ਕਰਦਾ ਹੈ, ਉਹਦੀ ਝੋਲੀ ਵਿੱਚ ਵੀ 2 ਟਾਈਮ ਦੀ ਰੋਟੀ ਪਾਉਂਦਾ ਹੈ। ਸੰਸਾਰੀ ਤਾਲੇ ਉੱਪਰ ਵੇਖੀਏ, ਨਾਮ ਜਪਣ ਵਾਲੇ ਦਾ, ਪ੍ਰਭੂ ਦੇ ਸੋਹਲੇ ਗਾਉਣ ਵਾਲੇ ਦਾ ਤੇ ਭਾਵੇਂ ਕੁੱਲਾ ਨਿੱਕਾ ਹੋਵੇ, ਜਿਹੜਾ ਗਾਲੀ ਗਲੋਚ ਕਰਦਾ ਏ, ਉਹਦੇ ਕਰਮਾਂ ਅਨੁਸਾਰ ਉਹ ਖੁਦਾਇਆ ਉਹਨੂੰ ਬੜੇ ਬੜੇ ਮਹੱਲ ਬਖਸ਼ ਦਿੰਦਾ ਹੈ। ਨਾਮ ਜਪਣ ਵਾਲੇ ਨੂੰ ਤੇ ਭਾਵੇਂ 2 ਟਾਈਮ ਦੀ ਰੋਟੀ ਦੇਵੇ, ਗਾਲੀ ਗਲੋਚ ਵਾਲੇ ਨੂੰ ਕਈ ਵਾਰ ਉਹ 3 ਟਾਈਮ ਦੀ ਰੋਟੀ ਵੀ ਦੇ ਦਿੰਦਾ ਜੀ, ਉਹਦੇ ਕਰਮਾਂ ਅਨੁਸਾਰ। ਇਹ ਉਹ ਦਿਆਲਤਾ ਹੈ। ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਂ ਕੋ ਦਹਿ ਹੈ। ਜਾਨ ਦਾ ਅਰਥ ਗਿਆਨੀ ਤੇ ਅਜਾਨ ਦਾ ਅਰਥ ਅਗਿਆਨੀ ਵੀ ਟੀਕਾਕਾਰਾਂ ਨੇ ਕੀਤਾ ਹੈ, ਪਰ ਜਾਨ ਦਾ ਅਰਥ ਹੈ ਪ੍ਰੇਮੀ ਫਾਰਸੀ ਵਿੱਚ। ਅਜਾਨ ਦਾ ਅਰਥ ਹੈ ਬੈਰੀ, ਜਿਹੜੇ ਗਾਲਾਂ ਕੱਢਦੇ ਨੇ, ਤੂੰ ਪ੍ਰੇਮੀਆਂ ਦੀ ਝੋਲੀ ਵੀ ਭਰਦਾ ਏ, ਤੇ ਜਿਹੜੇ ਗਾਲੀ ਗਲੋਚ ਕਰਦੇ ਨੇ ਉਹਨਾਂ ਨੂੰ ਵੀ ਨਿਹਾਲੋ ਨਿਹਾਲ ਕਰ ਦਿੰਦਾ ਹੈ। ਐਸਾ ਤੂੰ ਡਾਢਾ ਹੈ। ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਵਾਜ ਨਾ ਦੂਸਰ ਤੋਸੋ, ਭੂਲ ਸ਼ਿਮੋ ਹਮਰੀ ਪ੍ਰਭ ਆਪ ਨਾ ਭੂਲਨ ਹਾਰ ਕਹੂੰ ਕੋ ਮੋਸੋ। ਮੇਰੇ ਵਰਗਾ ਭੁਲੱਕੜ ਕੋਈ ਨਹੀਂ, ਤੂੰ ਬਖਸ਼ ਲੈ। ਤੂੰ ਗਰੀਬ ਨਵਾਜ ਹੈ, ਮੈਂ ਗਰੀਬ ਹਾਂ। ਭਗਤ ਜੀ ਨੇ ਗਲ ਪੱਲਾ ਪਾਇਆ, ਕਹਿੰਦੇ ਤੇਰੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਦੀਨ ਕੋਈ ਨਹੀਂ। ਹੁਣ ਜਦੋਂ ਮੈਂ ਗੋਡੇ ਹੀ ਟੇਕ ਦਿੱਤੇ ਆ ਤੇ ਫਿਰ ਪਰਖ ਕਾਦੀ ਰਹਿ ਗਈ ਹੈ। ਅਬ ਮੈਨੇ ਹੁਣ ਤੇ ਪਤਿਆਰ ਦਾ ਅਰਥ ਹੁੰਦਾ ਪਰਖ, ਪਰਤਾਵਾ। ਕਿਆ ਮੈਨੇ ਕੀ, ਹੁਣ ਮੇਰਾ ਪਰਖ ਪਰਤਾਵਾ ਕੀ ਕਰਦੇ ਪਏ ਹੋ। ਹੁਣ ਤੇ ਮੈਂ ਤੁਹਾਡੇ ਚਰਨਾਂ ਵਿੱਚ ਗੋਡੇ ਟੇਕ ਦਿੱਤੇ ਹਨ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਗਿਆ ਹੈ। ਜੋ ਤੁਸੀਂ ਕਹਿੰਦੇ ਹੋ ਮੈਂ ਉਹਨੂੰ 7 ਬਚਨ ਕਰਕੇ ਮੰਨ ਲਿਆ ਹੈ, ਜਨ ਬਣ ਗਿਆ ਹਾਂ। ਗੁਰੂ ਖਾਲਸਾ ਜੀ ਜਨ ਦੇ ਪ੍ਰਥਾਏ ਲਿਖਿਆ, ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨ ਭਾਵ ਰੱਖ ਕੇ ਕੀਤੀ ਅਰਦਾਸ ਕਦੇ ਬੇਅਰਥ ਨਹੀਂ ਜੀ ਹੁੰਦੀ। ਅਰਦਾਸ ਦਾ ਅਰਥ ਮੋਟਾ ਜਿਹਾ ਕਰਾਂ, ਅਰਦਾਸ ਸ਼ਬਦ 2 ਸ਼ਬਦਾਂ ਤੋਂ ਬਣਿਆ ਹੈ। ਅਰਜ ਆਸ, ਆਸ ਫਾਰਸੀ ਵਿੱਚ ਚੱਕੀ ਨੂੰ ਕਹਿੰਦੇ ਨੇ। ਜਦੋਂ ਬੰਦਾ ਦੁੱਖਾਂ ਦੀ ਚੱਕੀ ਵਿੱਚ ਪੀਸਦਾ ਹੈ ਨਾ, ਉਹਦੇ ਮੂੰਹ ਤੋਂ ਜਿਹੜੀ ਅਰਜ ਬਿਨੇ ਨਿਕਲਦੀ ਹੈ ਉਹਨੂੰ ਅਰਦਾਸ ਕਹਿੰਦੇ ਨੇ। ਉਹ ਅਰਦਾਸ ਪ੍ਰਵਾਨਵੀ ਚੜ੍ਹਦੀ ਜੇ। ਗੁਰੂ ਖਾਲਸਾ ਜੀ ਅਜਹੂ ਕਛ ਬਿਗੜਿਓ ਨਹੀਂ,
ਜੋ ਹਰ ਗੁਣ ਗਾਵੇ। ਦੁੱਖ ਦੇ ਵੇਲੇ ਵੀ ਜੇ ਕੋਈ ਰੱਬ ਨੂੰ ਚੇਤੇ ਕਰੇ ਤੇ ਰੱਬ ਬਾਂਹ ਫੜ ਲੈਂਦਾ ਜੇ। ਰੱਬ ਨੂੰ ਚੇਤੇ ਤੇ ਕਰਕੇ ਵੇਖੀਏ। ਕਹਿੰਦੇ ਮੈਂ ਜਨ ਬਣ ਗਿਆ ਹਾਂ, ਜਨ ਦੀ ਝੋਲੀ ਦੇ ਵਿੱਚ ਪੂਰਨ ਬ੍ਰਹਮ ਗਿਆਨ, ਪੂਰਨ ਪਰਮਾਨੰਦ ਹੁਣ ਪਾ ਦੇਣਾ ਕਰੋ। ਹਉ ਬਲ ਬਲ ਜਾਓ ਰਮਈਆ ਕਾਰਣੇ। ਮੈਂ ਤੁਹਾਡੇ ਤੋਂ ਬਲਹਾਰੇ ਜਾਣਾ ਹਾਂ। ਦੋ ਵਿਸ਼ੇਸ਼ਣ ਲਿਖੇ ਨੇ ਅਕਾਲ ਦੇ, ਇੱਕ ਰਮਈਆ ਤੇ ਇੱਕ ਕਾਰਣੇ। ਰਮਈਆ ਦਾ ਅਰਥ ਹੈ ਸੁੰਦਰ, ਦੂਜਾ ਸੰਪਰਦਾਈ ਅਰਥ ਕਰਦੇ ਨੇ ਜਿਹੜਾ ਰਮਿਆ ਹੋਵੇ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਉਹਨੂੰ ਰਮਈਆ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਨੇ ਲਿਖਿਆ ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਦਾਨ ਹੋ। ਅਕਾਲ ਦੀ ਉਸਤਤ ਵਿੱਚ ਆਖਿਆ ਤੂੰ ਸੁੰਦਰ ਸਰੂਪ ਹੈ, ਤੂੰ ਰਾਜਿਆਂ ਦਾ ਰਾਜਾ ਹੈ, ਤੂੰ ਦਾਤਿਆਂ ਵਿੱਚੋਂ ਮਹਾਦਾਨੀ ਹੈ। ਭਗਤ ਜੀ ਕਹਿੰਦੇ ਤੂੰ ਰਮਈਆ ਸੁੰਦਰ ਹੈ, ਦੁਨੀਆ ਦਾ ਕਾਰਨ ਹੈ। ਵਿਦਾਂਤੀਆਂ ਨੇ ਮੰਨਿਆ ਸੰਸਾਰ ਦਾ ਕਾਰਨ ਮਾਇਆ ਹੈ। ਗੁਰਬਾਣੀ ਨੇ ਕਿਹਾ ਨਹੀਂ, ਸੰਸਾਰ ਦਾ ਕਾਰਨ ਉਹ ਵਾਹਿਗੁਰੂ ਹੈ। ਆਪਣੀ ਮਾਇਆ ਆਪ ਸਾਰੀ ਆਪੇ ਦੇਖਣਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਉਹਨੇ ਆਪਣੀ ਮਾਇਆ ਆਪ ਪ੍ਰਗਟ ਕੀਤੀ, ਮਾਇਆ ਪ੍ਰਗਟ ਕੀਤੀ। ਮਾਇਆ ਦੇ ਸਾਹਮਣੇ ਇੰਜ ਖਲੋਤਾ ਜਿਵੇਂ ਬੰਦਾ ਸ਼ੀਸ਼ੇ ਦੇ ਸਾਹਮਣੇ ਖਲੋਂਦਾ ਹੈ। ਵਾਸਤਵ ਸਰੂਪ ਬਾਹਰ ਬਿੰਬ ਰੂਪ, ਮਾਇਆ ਵਿੱਚ ਪ੍ਰਤੀਬਿੰਬ ਪਿਆ। ਮਾਇਆ ਐਕਟਿਵ ਹੋਈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਨ। ਉਹਦੇ ਵਿੱਚੋਂ ਤਿੰਨ ਗੁਣ ਪੈਦਾ ਹੋਏ, ਰਜੋ ਸਤੋ ਤਮੋ, ਜਿਹਨੂੰ ਗੁਰੂ ਖਾਲਸਾ ਜੀ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਕਰਕੇ ਵੀ ਕਹਿੰਦੇ ਹੈ। ਰਜਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਮਾਇਆ ਦੁਆਰਾ ਇਹ ਸੰਸਾਰ ਦੀ ਰਚਨਾ ਕੀਤੀ। ਆਪ ਨਿਰਲੇਪ ਹੋ ਕਰਕੇ ਫਿਰ ਪਾਸੇ ਬੈਠਾ ਇਹ ਜਗਤ ਦਾ ਤਮਾਸ਼ਾ ਦੇਖਦਾ ਪਿਆ ਹੈ। ਸੰਸਾਰ ਦਾ ਕਾਰਨ ਮਾਇਆ ਹੈ। ਮਾਇਆ ਨੂੰ ਤੂੰ ਪ੍ਰਗਟ ਕਰਨ ਵਾਲਾ ਮਾਇਆ ਦਾ ਵੀ ਕਾਰਨ ਹੈ। ਮੈਂ ਤੇਰੇ ਤੋਂ ਬਲਹਾਰੇ ਜਾਂਦਾ ਹਾਂ। ਕਾਰਨ ਕਵਨ ਅਬੋਲ। ਕੀ ਕਾਰਨ ਹੈ? ਤੂੰ ਬੋਲਦਾ ਨਹੀਂ ਪਿਆ। ਮੈਂ ਤੇ ਗੱਲਾਂ ਕਰਨੀਆਂ ਚਾਹੁੰਦਾ ਹਾਂ ਤੇਰੀ ਨਾਲ। ਕਿਰਪਾ ਕਰ, ਦਇਆ ਕਰ, ਮੇਰੇ ਨਾਲ ਮੁਖੜੇ ਦੀ ਖੋਲ ਕਰਕੇ ਪਟਾਰੀ, ਮੇਰੇ ਨਾਲ ਗੱਲਾਂ ਕਰ, ਮੈਨੂੰ ਉਪਦੇਸ਼ ਬਖਸ਼। ਮੈਂ ਤੇਰੇ ਨਾਲ ਗੱਲਾਂ ਕਰਕੇ ਤੇਰੇ ਤੋਂ ਉਪਦੇਸ਼ ਲੈਣਾ ਚਾਹੁੰਦਾ ਹਾਂ। ਰਹਾਉ ਟਿਕਾਓ ਦੇ ਕਰਕੇ ਪ੍ਰਮਾਨ ਕਰਦੇ ਨੇ। ਬਹੁਤ ਜਨਮ ਬਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਭਗਤ ਜੀ ਕਹਿੰਦੇ ਨੇ ਬਹੁਤ ਸਮੇਂ ਦੇ ਤੇਰੇ ਨਾਲੋਂ ਵਿਛੜੇ ਹੋਏ ਸਾਂ, ਇਹ ਜਨਮ ਤੇਰੇ ਲੇਖੇ ਹੈ। ਰੱਬ ਨੂੰ ਮਾਧੋ ਆਖਿਆ ਹੈ। ਮਾਧੋ ਦਾ ਅਰਥ ਹੈ ਮਾ ਆਧੋ, ਮਾਇਆ ਦਾ ਪਤੀ, ਜਿਹਨੂੰ ਅੰਮ੍ਰਿਤ ਸਵਈਆਂ ਵਿੱਚ ਕਲਗੀਧਰ ਨੇ ਸ੍ਰੀਪਤ ਆਖਿਆ ਹੈ ਤੇ ਸਰਬਲੋ ਪ੍ਰਕਾਸ਼ ਵਿੱਚ ਸ੍ਰੀ ਮਾਇਆ ਆਖਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨੂੰ ਮਾਧੋ ਆਖਿਆ ਹੈ। ਤੂੰ ਮਾਇਆ ਦਾ ਮਾਲਕ ਹੈ। ਇਹ ਜਨਮ ਤੇਰੇ ਲੇਖੇ ਲੱਗ ਜਾਵੇ, ਮੇਰੀ ਤੇ ਇਹੋ ਹੀ ਬੇਨਤੀ ਹੈ। ਗੁਰੂ ਖਾਲਸਾ ਜੀ ਸੰਸਾਰੀ ਤਲ ਤੇ ਵੇਖੀਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਕੀਟ ਕੀੜੇ ਬਣ ਕੇ ਵਿਸ਼ਟਾਂ ਨੂੰ ਫੋਲਦੇ ਰਹੇ, ਕਈ ਜਨਮ ਪਤੰਗੇ ਬਣ ਕੇ ਦੀਵੇ ਦੀ ਸ਼ਮਾ ਦੇ ਦੁਆਲੇ ਘੁੰਮਦੇ ਦੀਵੇ ਦੀ ਲਾਟ ਨਾਲ ਸੜਦੇ ਰਹੇ, ਕਈ ਜਨਮ ਹਾਥੀ ਬਣ ਕੇ ਮੁਹਾਵਤ ਦੇ ਅੰਕੁਸ਼ ਸਹਾਰੇ, ਕਈ ਜਨਮ ਹਰਨ ਬਣ ਕੇ ਮ੍ਰਿਗ ਤ੍ਰਿਸ਼ਨਾ ਦੇ ਭਰਮ ਜਾਲ ਵਿੱਚ ਘੁੰਮਦੇ ਰਹੇ। ਆ ਮਨੁੱਖਾ ਜਨਮ ਮਿਲਿਆ ਇਹ ਤੇਰੇ ਲੇਖੇ ਲੱਗ ਜਾਵੇ। ਗੁਰੂ ਖਾਲਸਾ ਜੀ ਭਗਤਾਂ ਦੇ ਜੀਵਨ ਦੇ ਵਿੱਚ ਜਿਹੜੇ ਭਗਤ ਹੁੰਦੇ ਆ ਨਾ, ਮਹਾਂਪੁਰਖ, ਉਹ ਨਾਮ ਜਪਦੇ ਨੇ। ਜਿਵੇਂ ਲੀਲਾ ਫਤਿਹ ਹੋਈ ਫਿਰ ਜਨਮ ਹੋਇਆ, ਨਾਮ ਜਪਦੇ ਨੇ। ਜਪਦਿਆਂ ਜਪਦਿਆਂ ਸੈਂਕੜੇ ਜਨਮ ਗੁਜ਼ਰ ਜਾਣ ਤਾਂ ਕਿਤੇ ਰੱਬ ਦਾ ਦੀਦਾਰ ਹੁੰਦਾ ਏ, ਤਾਂ ਕਿਤੇ ਉਹ ਪਰਮ ਪਦਵੀ ਨੂੰ ਪ੍ਰਾਪਤ ਹੋਈਦਾ ਹੈ।
ਰੱਬ ਦਾ ਦੀਦਾਰ ਹੁੰਦਾ ਹੈ। ਭਗਤ ਜੀ ਕਹਿੰਦੇ ਜਨਮ ਬੜੇ ਧਾਰੇ ਤਪ ਬੜਾ ਕੀਤਾ, ਪਰ ਹੁਣ ਜਨਮ ਨਹੀਂ ਉਹ ਧਾਰਿਆ ਜਾਂਦਾ। ਹੁਣ ਤੇ ਇਹ ਹੈ ਵੀ ਇਹ ਜਨਮ ਲੇਖੇ 'ਚ ਲੱਗ ਜਾਵੇ, ਤੇਰੇ ਚਰਨਾਂ 'ਚ ਪ੍ਰਵਾਨ ਚੜ੍ਹ ਜਾਈਏ, ਕਿਉਂਕਿ ਇਹ ਸੰਸਾਰ ਦੀ ਲੀਲਾ ਹੈ। ਜਿਹੜਾ ਵੀ ਸੰਸਾਰ ਤੇ ਆਇਆ ਉਹਨੇ ਮਰਨਾ ਜ਼ਰੂਰ ਹੈ। ਬਾਣੀ 'ਚ ਲਿਖਿਆ ਜੋ ਜਨਮਾਂ ਸੋ ਜਾਨੋ ਮੂਆ। ਬੰਦੇ ਮਗਰੋਂ ਆਉਂਦਾ ਇਹ ਪਹਿਲੋਂ ਮੌਤ ਵਾਲਾ ਅੱਖਰ ਮੱਥੇ ਦੇ ਰੱਬ ਪਾਉਂਦਾ ਹੈ, ਜਨਮ ਮਗਰੋਂ ਹੈ। ਵਿਦਵਾਨਾਂ ਅਰਥ ਕੀਤਾ ਜਗਤ ਦਾ ਗਤ, ਜੰਮਿਆ ਏ ਗਤ ਮਰਨਾ ਏ। ਜਿਹੜਾ ਜੰਮਿਆ ਉਹਨੇ ਮਰਨਾ, ਉਹਨੂੰ ਜਗਤ ਕਹਿੰਦੇ ਹੈ। ਇਹ ਜਗਤ ਮੰਡਲ ਦਾ ਨਾਮ ਹੀ ਹੈ। ਜੋ ਜਨਮਾ ਸੋ ਜਾਨੋ ਮੂਆ, ਮਰਨ ਲਖਾਏ ਮੰਡਲ ਮੈਂ ਆਏ। ਜਿਹੜਾ ਸੰਸਾਰ ਤੇ ਆਇਆ ਉਹਨੇ ਮਰਨਾ ਜ਼ਰੂਰ ਹੈ। ਮੌਤ ਫੌਤ ਇੱਕ ਅਟਲ ਸਚਾਈ ਹੈ। ਜਗਤ ਬਾਬੇ ਨੇ ਲਿਖਿਆ ਹੈ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇੱਥੇ ਰਾਜੇ ਰਜਵਾੜੇ ਤੁਰਦੇ ਵੇਖੇ ਨੇ, ਤੁੰਗ ਉੱਚੀਆਂ ਅਵਸਥਾ ਦੇ ਮਾਲਕ ਫਕਰ ਤੁਰਦੇ ਵੇਖੇ ਨੇ। ਸਰੀਰ ਕਰਕੇ ਨਾ ਪੀਰ ਰਹੇ, ਨਾ ਫਕੀਰ ਰਹੇ, ਨਾ ਮਹਾਂਪੁਰਖ ਰਹੇ, ਨਾ ਰਾਜੇ ਰਜਵਾੜੇ ਰਹੇ। ਮਰਜ਼ੀ ਅਨੁਸਾਰ ਗੁਰੂ ਖਾਲਸਾ ਜੀ ਅਕਾਲ ਦੀ ਮਰਜ਼ੀ ਅਨੁਸਾਰ ਆਪਣੀ ਵਾਰੀ ਅਨੁਸਾਰ ਤੁਰ ਗਏ। ਨਾਵੇਂ ਗੁਰਦੇਵ ਨੇ ਤੇ ਲਿਖਿਆ ਹੈ ਚਿੰਤਾ ਤਾ ਕੀ ਕੀਜੀਐ, ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇਹ ਸੰਸਾਰ ਦਾ ਮਾਰਗ ਹੀ ਕੁਝ ਇਹੋ ਜਿਹਾ ਹੈ, ਚਿੰਤਾ ਕਾਹਦੀ ਹੈ। ਪਰ ਗੁਰੂ ਖਾਲਸਾ ਜੀ ਸਾਰੇ ਚਿੰਤਾ ਦੇ ਸੋਗ ਦੇ ਸਮੁੰਦਰ ਵਿੱਚ ਡੁੱਬੇ ਨੇ। ਬਾਣੀ ਵਿੱਚ ਲਿਖਿਆ ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ। ਸਾਰੇ ਚਿੰਤਾ ਦੇ ਸਮੁੰਦਰ ਵਿੱਚ ਡੁੱਬੇ ਪਏ ਨੇ। ਇੱਥੇ ਗੁਰੂ ਖਾਲਸਾ ਜੀ ਕੋਈ ਚਲਿਆ ਗਿਆ ਉਹਦੀ ਚਿੰਤਾ ਕਰੀ ਜਾਂਦਾ ਹੈ, ਕੋਈ ਮੇਰੇ ਵਰਗਾ ਕਹਿੰਦਾ ਹਾਏ ਚਲਿਆ ਜਾਣਾ ਹੈ, ਉਹ ਇਹਦੀ ਚਿੰਤਾ ਕਰੀ ਜਾਂਦਾ ਹੈ। ਸਾਰੇ ਚਿੰਤਾ ਦੇ ਸੋਗ ਵਿੱਚ ਡੁੱਬੇ ਹੈ। ਮਾਲਕ ਕਹਿੰਦੇ ਮਰਨ ਦੀ ਚਿੰਤਾ ਨੂੰ ਛੱਡ, ਉਹਨੂੰ ਚੇਤੇ ਕਰ, ਤੈਨੂੰ ਸੁਖ ਹੋਵੇਗਾ। ਮਰਨਾ ਤੇ ਅਟਲ ਹੈ। ਸੋਗ ਸਮਾਗਮ ਤੇ ਜਾਣੇ ਹੈ, ਦੂਜੇ ਦੀ ਤਸਵੀਰ ਵੇਖਿਆ ਕਰੋ ਜਿਹੜਾ ਜਹਾਨੋਂ ਕੂਚ ਕਰ ਗਿਆ ਹੁੰਦਾ ਹੈ। ਗੁਰ ਸੰਗਤ ਵਿੱਚ ਬੈਠ ਕੇ ਕਲਪਨਾ ਕਰਿਆ ਕਰੋ। ਗਏ ਦੀ ਤਸਵੀਰ ਹਟਾ ਦਿਆ ਕਰੋ ਨੇਤਰਾਂ ਸਾਹਮਣਿਓ, ਉਹ ਫਰੇਮ ਵਿੱਚ ਆਪਣੀ ਤਸਵੀਰ ਲਾ ਕੇ ਯਾਦ ਕਰਿਆ ਕਰੋ ਵੀ ਇੱਕ ਦਿਨ ਮੈਂ ਵੀ ਜਾਣਾ ਏ, ਮੇਰੀ ਤਸਵੀਰ ਇੱਥੇ ਲੱਗਣੀ ਹੈ। ਸੰਗਤ ਨੇ ਬੈਠ ਕਰਕੇ ਮੇਰੇ ਲਈ ਕਥਾ ਤੇ ਕੀਰਤਨ ਸੁਣਨਾ ਏ। ਸੋਗ ਸਵਾਗਮ ਵਿੱਚ ਸੁਣਿਆ ਕੀਰਤਨ ਕਥਾ ਪ੍ਰਵਾਨ ਚੜ ਜਾਵੇਗਾ, ਤੁਹਾਡਾ ਜੀਵਨ ਬਦਲ ਜਾਵੇਗਾ। ਗੁਰੂ ਖਾਲਸਾ ਜੀ ਇਸ ਸੰਸਾਰ ਤੇ ਆਏ ਹੀ ਤਾਂ ਹੈ ਵੀ ਮਨੁੱਖਾ ਜਨਮ ਸਫਲਾ ਹੋ ਜਾਵੇ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਗੁਰੂ ਕਿਆ ਸਿੱਖਾਂ ਨੇ ਸੰਸਾਰ ਤੇ ਆਏ ਕਿਉਂ ਹੈ? ਮਹਾਰਾਜ ਨੇ ਕਿਹਾ ਭਈ ਪ੍ਰਾਪਤ ਮਾਨ ਖੁਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕਿਸੇ ਕੰਮ ਨਹੀਂ ਆਇਆ ਤੂੰ, ਨਾਮ ਜਪਣ ਲਈ ਤੇ ਇਹ ਦੇਹ ਨੂੰ ਸਫਲਿਆ ਕਰਨ ਲਈ ਆਇਆ ਹੈ। ਇੱਕ ਵਾਰ ਨੰਦ ਲਾਲ ਦਾ ਦੀਵਾਨ ਲੱਗਾ, ਕਹਿੰਦੇ ਆ ਦੀਵਾਨੇ ਗੋਇਆ। ਨੰਦ ਲਾਲ ਦਾ ਦੀਵਾਨ ਲੱਗਾ, ਨੰਦ ਲਾਲ ਬੋਲਣ ਲੱਗੇ ਕਵਿਤਾ ਗੁਰਾਂ ਦੇ ਹਜ਼ੂਰ। ਕਲਗੀਧਰ ਨੇ ਆਖਿਆ ਨੰਦ ਲਾਲਾ ਇਹ ਮਨੁੱਖਾ ਦੇਹ ਕਿਉਂ ਪ੍ਰਾਪਤ ਹੋਈ ਹੈ? ਤੇ ਨੰਦ ਲਾਲ ਨੇ ਕਿਹਾ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰਨਾ ਜ਼ੌਕੇ ਚੁਨੀ ਆਮਦਨ ਨਬੂਦ ਮਰਾ। ਖੁਸ਼ ਬਵਦ ਉਮਰ ਕੇ ਦਰ ਯਾਦੇ ਬੇਗੁਜ਼ਰਦ, ਵਰਨਾ ਚ ਹਾਸਿਲਸਤ ਅਸੀਂ ਗੁੰਬਦੇ ਕਬੂਦ ਮਰਾ। ਨਾਮ ਜਪਣ ਲਈ ਮੈਂ ਇਹ ਦੁਨੀਆ ਤੇ ਚੱਲ ਕੇ ਆਇਆ ਹਾਂ, ਨਹੀਂ ਤੇ ਨੀਲੇ ਅਸਮਾਨ ਦੇ ਹੇਠਾਂ ਬੈਠਣ ਦਾ ਮੈਨੂੰ ਲਾਭ ਕੀ ਹੈ? ਤੇਰੇ ਚਰਨਾਂ ਦਾ ਪਿਆਰ ਮੈਨੂੰ ਇਹ ਜਿਸਮਾਨੀ ਸਰੀਰ ਵਿੱਚ ਖਿੱਚ ਕੇ ਲਿਆਇਆ ਹੈ। ਦਰ ਆਸਮਾਂ ਕਿ ਜੀਨਮ ਜਦੋਂ ਤੇਰੀ ਯਾਦ ਆਉਂਦੀ ਹੈ
ਉਦੋਂ ਮੈਂ ਜੀਂਦਾ ਹਾਂ, ਜਦੋਂ ਯਾਦ ਨਹੀਂ ਆਉਂਦੀ ਉਦੋਂ ਮੈਂ ਮਰਦਾ ਹਾਂ। ਦਰ ਆਜ਼ਮਾ ਕੇ ਨੇ ਆਈ ਯਾਦ ਮੇ ਮੀਰਮ, ਜਿਹਨੂੰ ਆਪਾਂ ਰਹਿ ਰਾਸ ਵਿੱਚ ਪੜ੍ਹਦੇ ਆਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਤੇਰਾ ਨਾਮ ਸਾਡੀ ਰਸਨਾ ਤੇ ਹੋਵੇ ਉਦੋਂ ਜੀਏ, ਜਦੋਂ ਤੂੰ ਭੁੱਲ ਜਾਵੇ ਉਦੋਂ ਅਸੀਂ ਮਰ ਜਾਈਏ। ਗੁਰੂ ਖਾਲਸਾ ਜੀ, ਐਸਾ ਜੀਵਨ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਚੜ੍ਹਦਾ ਹੈ। ਭਗਤ ਜੀ ਕਹਿੰਦੇ ਨੇ, ਇਹ ਜਨਮ ਤੇਰੇ ਲੇਖੇ ਲੱਗ ਜਾਵੇ, ਬੜਾ ਲੰਮਾ ਸਮਾਂ ਹੋ ਗਿਆ ਏ ਤੇਰੇ ਤੋਂ ਵਿਛੜਿਆ ਹੋਇਆਂ ਨੂੰ। ਇੱਕ ਮੈਂ ਗੁਰਬਾਣੀ ਉਚਾਰਨ ਦੇ ਸੰਬੰਧ 'ਚ ਨਿੱਕੀ ਜੀ ਬੇਨਤੀ ਕਰ ਜਾਵਾਂ। ਪਹਿਲਾਂ ਤੇ ਖਿਆਲ ਨਹੀਂ ਸੀ, ਜਦੋਂ ਤਾਬਿਆਂ 'ਚ ਬੈਠੇ ਉਦੋਂ ਖਿਆਲ ਆਇਆ ਵੀ ਇਹ ਵੀ ਬੇਨਤੀ ਕਰਨੀ ਹੈ। ਤੁਮਾਰੇ ਮੰਮੇ ਦੇ ਪੈਰ ਵਿੱਚ ਹਲੰਤ ਹੈ। ਗੁਰੂ ਖਾਲਸਾ ਜੀ ਆਮ ਸੰਸਕ੍ਰਿਤ ਬੋਲੀ ਜਾਂ ਬ੍ਰਜ ਬੋਲੀ ਦੇ ਛੰਦਾਂ ਦੇ ਕਾਨੂੰਨ ਨੂੰ ਪਿੰਗਲ ਕਹਿੰਦੇ ਨੇ। ਫਾਰਸੀ ਦੇ ਕਲਾਮ ਦਾ ਜੋ ਕਾਨੂੰਨ ਹੈ ਕਵਿਤਾ ਦਾ, ਉਹਨੂੰ ਅਰੂਜ਼ ਕਹਿੰਦੇ ਹੈ। ਅਰੂਜ਼ ਵਿੱਚ ਮੈਂ ਪੜ੍ਹਿਆ ਸੀ ਉਸਤਾਦ ਜਨਾਂ ਤੋਂ, ਦੋ ਤਰ੍ਹਾਂ ਦੇ ਅੱਖਰ ਹੁੰਦੇ ਨੇ, ਹਲੰਤ ਤੇ ਚਲੰਤ, ਜਿਹਨੂੰ ਗੁਰੂ ਖਾਲਸਾ ਜੀ ਮੁਤਹਰਕ ਤੇ ਸਾਕਨ ਕਰਕੇ ਕਹਿੰਦੇ ਨੇ। ਸਾਕਨ ਉਹਨੂੰ ਕਹਿੰਦੇ ਆ ਜਿਹਦਾ ਉਚਾਰਨ ਪੋਲਾ ਹੋਵੇ, ਮੁਤਹਰਕ ਉਹਨੂੰ ਕਹਿੰਦੇ ਆ ਜਿਹੜਾ ਜ਼ੋਰ ਨਾਲ ਬੋਲਿਆ ਜਾਵੇ। ਇੱਕ ਹਲੰਤ ਹੈ, ਇੱਕ ਚਲੰਤ ਹੈ। ਇੱਕ ਛੇਤੀ ਨਾਲ ਉਚਾਰਨ ਹੈ, ਇੱਕ ਗੁਰੂ ਖਾਲਸਾ ਜੀ ਥੋੜਾ ਜਿਹਾ ਜ਼ੋਰ ਨਾਲ ਉਚਾਰਨ ਹੈ। ਜਿਹੜਾ ਜ਼ੋਰ ਨਾਲ ਉਚਾਰਨ ਹੋਵੇ ਉਹਦੇ ਪੈਰ ਵਿੱਚ ਲਕੀਰ ਹਲੰਤ ਹੁੰਦਾ ਹੈ। ਉਚਾਰਨ ਥੋੜਾ ਜਿਹਾ ਭਾਰਾ ਤੁਮਾਰੇ ਇਸ ਤਰੀਕੇ ਨਾਲ ਕਰਦੇ ਨੇ ਸੰਪਰਦਾਵਾਂ ਵਿੱਚ। ਰਹੋ ਵਿਚਾਰ ਭਗਤ ਜੀ ਅੱਗੇ ਕਿਰਪਾ ਕਰਦੇ ਹਨ। ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਰਵਿਦਾਸ ਭਗਤ ਜੀ ਕਹਿੰਦੇ ਨੇ, ਰੱਬਾ ਮੈਂ ਇਹ ਆਸ ਨਾਲ ਜੀਂਦਾ ਹਾਂ ਕਿ ਤੇਰਾ ਦੀਦਾਰ ਹੋਵੇ। ਦੋ ਦਰਸ਼ਨ ਦਿੱਤੇ, ਚਮਕਾਰੇ ਵਜੇ, ਚਲਿਆ ਗਿਆ, ਚਿਰ ਬਾਅਦ ਦਰਸ਼ਨ ਹੋਇਆ, ਹੁਣ ਕਿਰਪਾ ਕਰ। ਉਹ ਖੁਦਾਇਆ ਪ੍ਰਸੰਨ ਹੋਇਆ। ਉਹ ਰੱਬ ਨੇ ਕਿਹਾ ਕੀ ਮੰਗਦੇ ਹੋ? ਅੱਗੇ ਕਹਿਣ ਲੱਗੇ, ਨੇਤਰਾਂ ਅੱਗੋਂ ਕਦੇ ਜਾਵੀਂ ਨਾ, ਕੰਨਾਂ ਵਿੱਚੋਂ ਤੇਰੀਆਂ ਗੂੰਜਾਂ ਪੈਨੋਂ ਨਾ ਹਟਣ, ਰਸਨਾ ਨਾਮ ਜਪਨੋਂ ਨਾ ਹਟੇ, ਐਸੀ ਕਿਰਪਾ ਕਰ। ਸਦਾ ਹੀ ਜਿੱਧਰ ਵੇਖਾਂ ਉਧਰ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਹੋਵੇਂ। ਗੁਰੂ ਖਾਲਸਾ ਜੀ ਭਗਤ ਜੀ ਦੀ ਇਹ ਅਰਜ਼ ਬਿਨੇ ਰੱਬ ਦੇ ਦਰਬਾਰ ਵਿੱਚ ਪ੍ਰਵਾਨ ਚੜ੍ਹੀ। ਅਵਸਥਾ ਪ੍ਰਾਪਤ ਹੋਈ, ਜਿੱਧਰ ਵੇਖਦੇ ਨੇ ਉਧਰ ਰੱਬ ਹੀ ਰੱਬ, ਖੁਦਾਇਆ ਹੀ ਖੁਦਾਇਆ, ਵਾਹਿਗੁਰੂ ਵਾਹਿਗੁਰੂ ਹੀ ਦਿਖਾਈ ਦਿੰਦਾ ਹੈ। ਕਿਰਪਾ ਕਰੇ ਸਾਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ। ਲੜੀਵਾਰ ਜੋ ਕਥਾ ਚੱਲ ਰਹੀ ਹੈ, ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਰਾਮਕਲੀ ਰਾਗ ਵਿੱਚ ਤੀਜੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਰਾਮਕਲੀ ਮਹੱਲਾ ਤੀਜਾ। ਰਾਮਕਲੀ ਰਾਗ ਵਿੱਚ ਤੀਜੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਹਮ ਕੁਚਲ ਕੁਚੀਲ ਆਤੇ ਅਭਿਮਾਨੀ, ਮਿਲ ਸ਼ਬਦੇ ਮੈਲ ਉਤਾਰੀ। ਮਹਾਰਾਜ ਗੁਰੂ ਕਿਆਂ ਸਿੱਖਾਂ ਨੂੰ ਬਿਨੇ ਕਰਨੇ ਦੱਸਦੇ ਨੇ, ਅਰਜੋਈ ਕਰਨੀ। ਗੁਰੂ ਕਿਆ ਸਿੱਖਾ, ਗੁਰੂ ਅੱਗੇ ਜਾ, ਗਲ ਪੱਲਾ ਪਾ ਕੇ ਕਹੋ, ਕੁਚਲ ਕੁਚੀਲ ਅਪਵਿੱਤਰ ਤੋਂ ਅਪਵਿੱਤਰ ਹੈ। ਕੋ ਚੱਲ ਖੋਟਾ ਚੱਲਣ ਵਾਲੇ, ਕੋ ਮੈਨੇ ਖੋਟਾ ਚੀਲ ਇੱਲ ਵਾਂਗੂ ਠੁੰਗਣ ਵਾਲੇ। ਜਿਵੇਂ ਇੱਲ ਗੁਰੂ ਖਾਲਸਾ ਜੀ ਚੁੰਝ ਖੋਟੇ ਥਾਵਾਂ ਤੇ ਮਾਰਦੀ ਹੈ, ਇੱਲ ਵਰਗਾ ਸੁਭਾਅ ਏ, ਵਿਸ਼ਿਆਂ ਉੱਪਰ ਜਾ ਕੇ ਮੂੰਹ ਮਾਰਦੇ ਐ, ਖੋਟੇ ਪਾਸੇ ਨੂੰ ਪੈਰ ਚੱਲਦੇ ਨੇ। ਬਹੁਤਾ ਮਨਾਂ ਵਿੱਚ ਅਭਿਮਾਨ ਹੈ, ਮਿਲ ਸਬਦੇ ਮੈਲ ਉਤਾਰੀ। ਹੇ ਵਾਹਿਗੁਰੂ, ਜਦੋਂ ਤੇਰਾ ਉਪਦੇਸ਼ ਮਿਲਿਆ ਉਦੋਂ ਅਸਾਂ ਨੇ ਆਪਣੀ ਮੈਲ ਉਤਾਰ ਲੈਣਾ ਕੀਤੀ ਤੇਰੇ ਗੁਰ ਸ਼ਬਦ ਦੇ ਦੁਆਰਾ। ਸੰਤੋ ਗੁਰਮੁਖ ਨਾਮ ਨਿਸਤਾਰੀ। ਇਹ ਸੰਤੋ, ਜੇ ਗੁਰੂ ਮਿਲ ਜਾਵੇ, ਗੁਰੂ ਦੇ ਪਿਆਰੇ ਗੁਰਮੁਖ ਮਿਲ ਜਾਣ, ਉਹਨਾਂ ਦੁਆਰਾ ਨਾਮ ਦੀ ਪ੍ਰਾਪਤੀ ਹੋ ਜਾਵੇ ਤੇ ਨਿਸਤਾਰੀ ਤਰ ਜਾਈਦਾ ਹੈ।
ਗੁਰ ਸੰਗਤ ਵਿੱਚ ਜਾਇਆ ਕਰੋ, ਉਪਦੇਸ਼ ਕਰਿਆ ਕਰੋ। ਗੁਰੂ ਕਿਆਂ ਸਿੱਖਾਂ ਨੂੰ ਸੰਤੋ ਗੁਰਮੁਖ ਲੱਭੋ, ਉਹਨਾਂ ਤੋਂ ਨਾਮ ਧਨ ਮਿਲਦਾ ਹੈ। ਨਾਮ ਧਨ ਦੇ ਨਾਲ ਤਰ ਜਾਈਦਾ ਹੈ। ਸੱਚਾ ਨਾਮ ਵਸਿਆ ਘਟ ਅੰਤਰ, ਕਰਤਾ ਆਪ ਸਵਾਰੀ। ਜਿਨ੍ਹਾਂ ਦੇ ਅੰਦਰ ਸੱਚਾ ਨਾਮ ਵਸਿਆ ਹੈ, ਕਰਤਾ ਆਪ ਸਵਾਰੀ, ਉਹਨਾਂ ਦੀ ਜ਼ਿੰਦਗੀ ਕਰਤੇ ਨੇ ਆਪ ਸਵਾਰ ਦਿੱਤੀ ਹੈ। ਇਹ ਰਹਾਉ ਤੱਕ ਦਾ ਉਪਦੇਸ਼ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰੀ ਹੈ। ਸ਼ਬਦ ਬਹੁਤ ਲੰਮੇਰਾ ਹੈ। ਕੱਲ ਨੂੰ ਗੁਰੂ ਖਾਲਸਾ ਜੀ ਅੱਗੇ ਗੁਣੀ ਜਾਨ ਮਹਾਂਪੁਰਸ਼ ਆਪ ਗੁਰੂ ਕੀਆਂ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਕਰਤਾਰਥ ਕਰਨਗੇ। ਮੇਰੇ ਵੱਲੋਂ ਗੁਰੂ ਚਰਨਾਂ ਵਿੱਚ ਇਹ ਹਾਜ਼ਰੀ ਆਪ ਗੁਰੂ ਕੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਮਿਸਲ ਬਾਬਾ ਦੀਪ ਸਿੰਘ ਜੀ ਸ਼ਹੀਦ, ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਨ ਸਿੰਘ ਜੀ, ਮੈਂ ਉਹਨਾਂ ਵੱਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਤਿਨਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੇਵਕ, ਜਿਨ੍ਹਾਂ ਉੱਪਰ ਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਤਰਸ ਹੈ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਮੈਂ ਰੋਮ ਰੋਮ ਕਰਕੇ ਮਹਾਂਪੁਰਸ਼ਾਂ ਵੱਲੋਂ ਆਪਣੇ ਵੱਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਬੈਠਣ ਦਾ ਇਹ ਸੁਭਾਗੀ ਸਮਾਂ ਬਖਸ਼ਿਆ। ਗੁਰਾਂ ਦੇ ਚਰਨਾਂ ਵਿੱਚ ਬਿਨੇ ਬੇਨਤੀਆਂ ਕਰਨ ਦਾ ਗੁਰੂ ਖਾਲਸਾ ਜੀ ਮੌਕਾ ਬਖਸ਼ ਕੇ ਨਿਹਾਲ ਕਰਤਾਰਥ ਕੀਤਾ। ਨਹੀਂ ਤਾਂ ਮੈਂ ਤੇ ਰੁਲਦਾ ਫਿਰਦਾ ਸਾਂ ਕੀੜਿਆਂ ਵਰਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪ ਮਹਾਰਾਜ ਨੇ ਮਤ ਸਮਤ ਦੇ ਕੇ ਆਪ ਹੀ ਇਹ ਪਾਵਨ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਦਾਸ ਦੀ ਝੋਲੀ 'ਚ ਪਾਇਆ ਤੇ ਆਪ ਗੁਰ ਸੰਗਤਾਂ ਨਾਲ ਸਾਂਝਾ ਕਰਨ ਦਾ ਇਹ ਸੁਭਾਗੀ ਸਮਾਂ ਬਖਸ਼ਿਆ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਸੰਤੋ ਗੁਰਮੁਖ ਨਾਮ ਨਿਸਤਾਰੀ, ਸਚਾ ਨਾਮ ਵਸਿਆ ਘਟ ਅੰਤਰ, ਕਰਤਾ ਆਪ ਸਵਾਰੀ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।